ਭਾਰਤ ਦੇ ਭੂਗੋਲਿਕ ਖੇਤਰਾਂ ਵਿੱਚ ਚੌਥੀ ਵਿਸ਼ੇਸ਼ਤਾ ਜਿਹੜੀ ਹੈ ਉਹ ਤੱਟ ਦੇ ਮੈਦਾਨਾਂ ਦੀ ਹੈ। ਦੋ ਤੱਟ ਦੇ ਮੈਦਾਨ ਜਿਹੜੇ ਮੇਨ ਪਾਏ ਜਾਂਦੇ ਆ, ਇੱਕ ਪੱਛਮੀ ਤੱਟ ਦੇ ਮੈਦਾਨ ਅਤੇ ਦੂਸਰੇ ਪੂਰਬੀ ਤੱਟ ਦੇ ਮੈਦਾਨ। ਹਾਂਜੀ ਬੇਟਾ, ਉੱਤਰ ਵਿੱਚ ਕੱਛ ਦੇ ਰੇਗਿਸਤਾਨ ਤੋਂ ਲੈ ਕੇ ਦੱਖਣ ਵਿੱਚ ਕੰਨਿਆ ਕੁਮਾਰੀ ਤੱਕ ਔਸਤਨ 65 ਯਾਨੀ 65 ਕਿਲੋਮੀਟਰ ਚੌੜੇ ਪੱਛਮੀ ਤੱਟ ਦੇ ਮੈਦਾਨ ਹਨ। ਇਸ ਤਟੀ ਮੈਦਾਨ ਦੇ ਚਾਰ ਪ੍ਰਮੁੱਖ ਹਿੱਸੇ ਹਨ। ਪਹਿਲਾ ਹੈ ਗੁਜਰਾਤ ਦਾ ਮੈਦਾਨ, ਦੂਸਰਾ ਕੋਂਕਣ ਦਾ ਮੈਦਾਨ, ਤੀਸਰਾ ਕਰਨਾਟਕ ਦਾ ਮੈਦਾਨ ਅਤੇ ਚੌਥਾ ਕੇਰਲ ਦਾ ਤਟਵਰਤੀ ਮੈਦਾਨ। ਗੁਜਰਾਤ ਦਾ ਮੈਦਾਨ ਕੱਛ ਤੋਂ ਸੌਰਾਸ਼ਟਰ ਵਿੱਚ ਦੀ ਹੁੰਦਾ ਹੋਇਆ ਖੰਭਾਤ ਦੀ ਖਾੜੀ ਤੱਕ ਤਟਵਰਤੀ ਹਿੱਸੇ ਵਿੱਚ ਚੱਲਦਾ ਹੈ, ਜੋ ਕਿ ਸਾਬਰਮਤੀ, ਮਾਹੀ, ਲੂਣੀ ਅਤੇ ਤਾਪੀ ਨਦੀਆਂ ਦੁਆਰਾ ਵਿਛਾਏ ਗਏ ਜਲੋੜ ਦੇ ਜਮ੍ਹਾਂ ਹੋਣ ਨਾਲ ਬਣਿਆ ਹੈ। ਤੇ ਜਿਹੜਾ ਕੋਂਕਣ ਦਾ ਮੈਦਾਨ ਹੈ ਉਹ ਦਮਨ ਤੋਂ ਗੋਆ ਤੱਕ 500 ਕਿਲੋਮੀਟਰ ਲੰਬਾ ਮੈਦਾਨ ਹੈ। ਇਸ ਤਟੀ ਮੈਦਾਨ ਵਿੱਚ ਸਮੁੰਦਰ ਦੀਆਂ ਲਹਿਰਾਂ ਨਾਲ ਅੰਦਰੂਨੀ ਕਟਾਅ ਕਰਕੇ ਬਣੀਆਂ ਛੋਟੀਆਂ ਖਾੜੀਆਂ ਜਾਂ ਕੇਵਸ ਅਤੇ ਸਮੁੰਦਰੀ ਕੰਢੇ ਤੱਕ ਖਾੜੀਆਂ ਜਾਂ ਕ੍ਰੀਕਸ ਆਦਿ ਭੂ ਆਕਾਰ ਮਿਲਦੇ ਹਨ। ਮੁੰਬਈ ਇਸੇ ਤੱਟ ਉੱਪਰ ਅਹਿਮ ਬੰਦਰਗਾਹ ਹੈ। ਕੋਂਕਣ ਤੱਟ ਨੂੰ ਕਾਰਾਵਲੀ ਜਾਂ ਕੇਨਾਰਾ ਵੀ ਆਖਿਆ ਜਾਂਦਾ ਹੈ। ਯਾਦ ਰੱਖਿਓ, NTSC ਲਈ ਮਸ਼ਹੂਰ ਹੈ ਕਾਰਾਵਲੀ ਜਾਂ ਕੇਨਾਰਾ। ਮਾਲਾਬਾਰ ਦਾ ਤਟਵਰਤੀ ਮੈਦਾਨ ਮੈਂਗਲੋਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲੰਬਾਈ ਵਿੱਚ 845 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਇਸ ਮੈਦਾਨ ਵਿੱਚ ਕਾਫੀ ਝੀਲਾਂ, ਜਿਹਨੂੰ ਲੈਗੂਨਸ ਵੀ ਕਹਿੰਦੇ ਹਨ, ਹੁੰਦੀਆਂ ਹਨ। ਇਸ ਮੈਦਾਨ ਵਿੱਚ ਸਭ ਤੋਂ ਵੱਡੀ ਝੀਲ ਵੈਂਬਾਨੰਦ, ਬੇਟਾ ਯਾਦ ਰੱਖਣਾ ਨਾਮ, ਵੈਂਬਾਨੰਦ ਮਾਲਾਬਾਰ ਤਟਵਰਤੀ ਮੈਦਾਨ ਵਿੱਚ ਹੈ। ਇਹਨਾਂ ਝੀਲਾਂ ਨੂੰ ਸਥਾਨਕ ਭਾਸ਼ਾ ਵਿੱਚ ਕੇਯਾਲ ਕਹਿੰਦੇ ਹਨ, KEYALS, ਕੇਯਾਲਸ। ਯਾਦ ਰੱਖਣਾ ਬੇਟਾ ਇਹਨਾਂ ਸਾਰੇ ਤੱਥਾਂ ਨੂੰ। ਪੂਰਬ ਵਿੱਚ ਪੱਛਮੀ ਬੰਗਾਲ, ਉੜੀਸਾ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪੂਰਬੀ ਤੱਟ ਦੇ ਮੈਦਾਨ ਹਨ। ਇਹ ਮੈਦਾਨ ਪੂਰਬ ਦਿਸ਼ਾ ਵਿੱਚ ਵਗਣ ਵਾਲੀਆਂ ਨਦੀਆਂ ਮਹਾਨਦੀ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਅਤੇ ਉਹਨਾਂ ਦੀਆਂ ਸਹਾਇਕ ਨਦੀਆਂ ਦੁਆਰਾ ਵਿਛਾਈ ਗਈ ਜਲੋੜ ਮਿੱਟੀ ਨਾਲ ਬਣਿਆ ਹੈ। ਉੜੀਸਾ ਵਿੱਚ ਇਸ ਨੂੰ ਉਤਕਲ ਦੇ ਮੈਦਾਨ ਕਹਿੰਦੇ ਹਨ। ਯਾਦ ਰੱਖਿਓ, ਆਪਣੇ ਰਾਸ਼ਟਰੀ ਗਾਨ ਵਿੱਚ ਵੀ ਆਉਂਦਾ ਹੈ ਉਤਕਲ ਬੰਗ, ਉਤਕਲ ਇਹੀ ਜਗ੍ਹਾ। ਕ੍ਰਿਸ਼ਨਾ ਨਦੀ ਦੇ ਡੈਲਟੇ ਤੋਂ ਕੰਨਿਆ ਕੁਮਾਰੀ ਤੱਕ ਇਸ ਤੱਟ ਨੂੰ ਕੋਰੋਮੰਡਲ ਤੱਟ ਕਹਿੰਦੇ ਹਨ। ਇੱਕ ਕਵਿਤਾ ਵੀ ਕੋਰੋਮੰਡਲ ਫਿਸ਼ਰਸ ਮਸ਼ਹੂਰ ਹੈ, ਇਸੇ ਤੱਟ ਦੇ ਮਛੇਰਿਆਂ ਦੀ ਜ਼ਿੰਦਗੀ ਤੇ ਲਿਖੀ ਗਈ ਹੈ। ਇਸ ਮੈਦਾਨ ਵਿੱਚ ਪੁਲੀਕਟ ਝੀਲ ਪ੍ਰਸਿੱਧ ਝੀਲ ਹੈ। ਉੜੀਸਾ ਵਿੱਚ ਚਿਲਕਾ ਝੀਲ ਖਾਰੇ ਪਾਣੀ ਦੀ ਭਾਰਤ ਦੀ ਸਭ ਤੋਂ ਵੱਡੀ ਝੀਲ ਹੈ। ਨੋਟ ਕਰਨਾ ਬੇਟਾ, ਉੜੀਸਾ ਵਿੱਚ ਚਿਲਕਾ ਝੀਲ ਖਾਰੇ ਪਾਣੀ ਦੀ ਭਾਰਤ ਦੀ ਸਭ ਤੋਂ ਵੱਡੀ ਝੀਲ ਹੈ। ਭਾਰਤ ਦੇ ਦੀਪ ਸਮੂਹ ਭਾਰਤ ਦੀ ਉਹ ਵਿਸ਼ੇਸ਼ਤਾ ਹੈ ਜਿਹੜੇ ਕਿ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿੱਚ ਪਾਣੀ ਨਾਲ ਚਾਰੋਂ ਪਾਸੇ ਘਿਰੇ ਹੋਏ ਭੂ ਭਾਗ ਹਨ। ਭਾਰਤੀ ਦੀਪਾਂ ਯਾਨੀ ਭਾਰਤੀ ਟਾਪੂਆਂ ਦੀ ਕੁੱਲ ਗਿਣਤੀ 267 ਹੈ, 267। ਇਸ ਵਿੱਚ ਬੰਗਾਲ ਦੀ ਖਾੜੀ ਵਿੱਚ ਅੰਡੇਮਾਨ ਅਤੇ ਨਿਕੋਬਾਰ ਅਤੇ ਅਰਬ ਸਾਗਰ ਵਿੱਚ ਲਕਸ਼ਦੀਪ ਹਨ। ਬੇਟਾ ਮਿਆਂਮਾਰ ਦੀ ਇੱਕ ਪਹਾੜੀ ਸ਼੍ਰੇਣੀ ਹੈ ਅਰਾਕਾਨ ਯੋਮਾ ਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਉਸੇ ਪਹਾੜੀ ਦਾ ਵਿਸਥਾਰ ਹਨ। ਯਾਨੀ ਉੱਤਰ ਪੂਰਬੀ ਪਹਾੜੀ ਸ਼੍ਰੇਣੀ ਜਿਹੜੀ ਅਰਾਕਾਨ ਯੋਮਾ ਹੈ ਮਿਆਂਮਾਰ ਦੀ, ਇਹ ਉਸ ਦਾ ਹੀ ਵਿਸਤਾਰ ਹਨ। ਅੰਡੇਮਾਨ ਵਿੱਚ 204 ਟਾਪੂ ਹਨ। ਸੈਡਲ ਚੋਟੀ ਜਿਹੜੀ ਹੈ ਅੰਡੇਮਾਨ ਦੀ ਸਭ ਤੋਂ ਉੱਚੀ ਚੋਟੀ ਹੈ। ਉਚਾਈ ਤਾਂ ਸਿਰਫ ਇਸ ਦੀ 737 ਮੀਟਰ ਹੈ। ਨਿਕੋਬਾਰ ਦੇ 19 ਟਾਪੂ ਹਨ।
ਇਹਨਾਂ ਵਿੱਚ ਗ੍ਰੇਟ ਨਿਕੋਬਾਰ ਸਭ ਤੋਂ ਵੱਡਾ ਟਾਪੂ ਹੈ। ਲਾਸਟ ਵਿੱਚ ਆਪਾਂ ਗੱਲ ਕਰੀਏ ਬੇਟੇ ਲਕਸ਼ਦੀਪ ਟਾਪੂ ਸਮੂਹ ਦੀ। ਇਹ ਅਰਬ ਸਾਗਰ ਵਿੱਚ ਹੈ। ਕੁੱਲ ਟਾਪੂ 34, ਅਮੀਨਦੀਵੀ ਇਸ ਦੇ ਉੱਤਰ ਵਿੱਚ ਤੇ ਦੱਖਣ ਵਿੱਚ ਮਿਨੀਕੋਈ ਦੀਪ ਹਨ। ਭਾਰਤੀ ਟਾਪੂਆਂ ਦੀ ਜਾਣਕਾਰੀ ਲਈ ਤੁਹਾਨੂੰ ਹੁਣ ਆਹ ਸਾਰਨੀ ਦਿਖਾਈ ਜਾਂਦੀ ਹੈ। ਇਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਧਿਆਨ ਨਾਲ ਇਸ ਨੂੰ ਸਮਝ ਲੈਣਾ ਹੈ। ਧੰਨਵਾਦ ਬੇਟਾ, ਥੈਂਕ ਯੂ, ਬਾਏ ਬਾਏ। ਇਸ ਦੇ ਨਾਲ ਹੀ ਬੇਟਾ ਆਪਣਾ ਇਹ ਲੈਸਨ ਫਿਜ਼ੀਓਲੋਜੀਕਲ ਯੂਨਿਟਸ ਸਮਾਪਤੀ ਤੇ ਪਹੁੰਚਦਾ ਹੈ। ਤੁਹਾਨੂੰ ਰਿਕੁਐਸਟ ਹੈ ਬੇਟੇ ਤੁਸੀਂ ਇਹਨਾਂ ਸਾਰੇ ਵੀਡੀਓਜ਼ ਜਾਂ ਇਹ ਸਾਰੀ ਕੰਪਲੀਟ ਵੀਡੀਓ ਜੋ ਵੀ ਹੈ ਉਸ ਦੇ ਨੋਟਸ ਬਣਾ ਲੈਣੇ ਹਨ। ਸ਼ੋਰਟ ਆਨਸਰ ਟਾਈਪ ਕੁਐਸਚਨ ਜ਼ਰੂਰ ਵਿੱਚੋਂ ਐਕਸਟਰੈਕਟ ਕਰਨੇ ਹਨ ਅਤੇ ਉਹਨਾਂ ਨੂੰ ਲਰਨ ਕਰਨਾ ਹੈ। ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਲਈ ਬਾਕੀ ਲੈਸਨਸ ਦੇ ਵਿਸ਼ੇਸ਼ ਤੌਰ 'ਤੇ NTSC ਲਈ ਮਹੱਤਵਪੂਰਨ ਸਾਰੇ ਟੌਪਿਕਸ ਕਵਰ ਕਰਕੇ ਤੁਹਾਨੂੰ ਵੀਡੀਓਜ਼ ਬਣਾ ਕੇ ਇਸੇ ਤਰ੍ਹਾਂ ਪੇਸ਼ ਕਰਾਂਗੇ। ਧੰਨਵਾਦ ਬੇਟਾ।